ਕੁਆਲੀਫਿਕੇਸ਼ਨ ਦੱਸ। मेरी BA LLB। LLB ਕਰਕੇ BA ਕਰਕੇ ਤੇ ਅੱਜ ਤੁਸੀਂ ਫਾਸਟ ਫੂਡ ਦਾ ਕੰਮ ਕਰਦੇ। ਕਦੇ ਲੱਗਦਾ ਨਹੀਂ ਕਿ ਅੱਜ ਮੈਂ ਕਦੇ ਕਿਸੇ ਗ੍ਰਾਹਕ ਦਾ ਝੂਠੇ ਬਰਤਨ ਚੁੱਕਦਾ, ਕਦੇ ਕਿਸੇ ਦੇ ਚੁੱਕਦਾ। ਮੈਂ ਲਾਅ ਕੀਤੀ ਦੀ ਵਕਾਲਤ ਕੀਤੀ ਸੀ, ਮੈਂ ਵਕੀਲ ਇੱਕ ਚੰਗਾ ਬੰਦਾ, ਕਾਲਾ ਕੋਟ ਪਾ ਕੇ ਕੋਰਟ ਚੋਂ ਬਾਹਰ ਆਣਾ ਸੀ, ਕਦੇ ਕੋਰਟ ਦੇ ਅੰਦਰ ਜਾਣਾ ਸੀ, ਇੱਕ ਚੰਗਾ ਸਟੇਟਸ ਹੋਣਾ। मेरे फादर साहब चाहते थे कि मैं बड़ा वकील बनूं, लेकिन मेरा इंटरेस्ट फूड पे था। फिर मैंने होटल मैनेजमेंट किया साथ में, और फिर फूड लाइन को मैंने चूज़ किया, और आज मैं फास्ट फूड चला रहा हूँ। ਸਰਕਾਰੀ ਜੌਬ ਦੀ ਜਾਂ ਕਦੇ ਜਿਹੜੀ ਲਾਅ ਦੀ ਪੜ੍ਹਾਈ ਕੀਤੀ ਹੈ, ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਉੱਧਰਲੇ ਪਾਸੇ ਜਾਵਾਂ, ਇਹਨੂੰ ਛੱਡਦਾ ਹੂੰ। नहीं, मेरी एक गवर्नमेंट जॉब लगी थी, मैंने 2.5 साल टीचिंग किया है। मैंने BBA किया है प्लस केमिकल डिप्लोमा मेरा। ਕੈਮੀਕਲ ਕਰਕੇ ਤੇ ਫਿਰ ਅੱਜ ਬਰਤਨ ਸਾਫ਼ ਕਰੋ। ਮਨ ਨੂੰ ਕਦੀ ਹੋਇਆ ਨਹੀਂ ਕਿ ਮੈਂ ਇੰਨਾ ਪੜ੍ਹ ਕੇ, ਮੇਰਾ ਹਸਬੈਂਡ ਇੰਨਾ ਪੜ੍ਹਿਆ ਵਾ ਤੇ ਅਸੀਂ ਇੱਕ ਚੰਗੀ ਨੌਕਰੀ ਵੀ ਉਹ ਛੱਡ ਕੇ ਆ ਗਏ ਨੇ, ਤੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਵੀ ਕੋਈ ਜੌਬ ਕਰੀਏ ਜਾਂ ਕੋਈ ਨੌਕਰੀ ਕਰੀਏ। कभी हुआ था, ऐसा लगा था, प्लेसमेंट जब हो रही थी तो लगा था चलो कर लेते हैं, बट ਅਕਸਰ ਅਸਲ ਜ਼ਿੰਦਗੀ ਦੇ ਵਿੱਚ ਕਈ ਵਾਰ ਐਸਾ ਹੁੰਦਾ ਵਾ ਕਿ ਜੋ ਸਾਨੂੰ ਰੱਬ ਸਾਹਮਣੇ ਦਿਖਦਾ ਵਾ ਪਰ ਉਹ ਹੁੰਦਾ ਨਹੀਂ। ਸੋ ਇਸੇ ਤਰ੍ਹਾਂ ਦੇ ਅਸੀਂ ਇੱਕ ਹਿੰਮਤੀ ਜੋੜੇ ਦੇ ਨਾਲ ਆਪਣੇ ਦਰਸ਼ਕਾਂ ਨੂੰ ਅੱਜ ਮਿਲਾਵਾਂਗੇ ਕਿ ਜਿਨ੍ਹਾਂ ਨੇ ਪੜ੍ਹਾਈ ਦੀ ਕੋਈ ਕਸਰ ਨਹੀਂ ਛੱਡੀ। ਜੇਕਰ ਪੜ੍ਹਾਈ ਦੀ ਉਹਨਾਂ ਦੀ ਗੱਲ ਕਰੀਏ ਤਾਂ ਉਸਨੇ, ਉਸਦੇ ਘਰ ਵਾਲੇ ਦੇ ਭੈਣ ਦੇ ਨੇ LLB ਕੀਤੀ ਹੈ, ਵਕਾਲਤ ਕੀਤੀ ਹੈ, ਤੇ ਨਾਲ ਉਸਦੀ ਘਰ ਵਾਲੀ ਨੇ BBA ਕੀਤੀ ਹੈ, ਨਾਲ ਕੈਮੀਕਲ ਦਾ ਡਿਪਲੋਮਾ ਕੀਤਾ ਵਾ। ਪਰ ਕੀ ਕਰਦੇ ਨੇ? ਚਾਂਪਾਂ ਵੇਚਦੇ ਨੇ, ਫਾਸਟ ਫੂਡ ਦਾ ਕੰਮ ਕਰਦੇ ਨੇ। ਸੋ ਬੜੀ ਹਿੰਮਤ ਆ ਉਹਨਾਂ ਉਸ ਜੋੜੇ ਦੇ ਵਿੱਚ ਕਿ ਜਿਹੜੇ ਹਿੰਮਤ ਨਹੀਂ ਹਾਰੀ, ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਪਏ ਨੇ ਕਿ ਅਸੀਂ ਕਾਮਯਾਬੀ ਹਾਸਲ ਕਰਨੀ ਆ। ਅੱਜ ਦੀ ਜੇਕਰ ਗੱਲ ਕਰੀਏ, ਅੱਜ ਦੇ ਨੌਜਵਾਨ ਨੇ ਪੜ੍ਹ ਲਿਖ ਕੇ ਵਿਦੇਸ਼ ਦਾ ਰੁਖ ਕਰਦੇ ਨੇ, ਪਰ ਇਹ ਉਹਨਾਂ ਬੱਚਿਆਂ ਵਾਸਤੇ ਨੇ ਕਿ ਜਿਹੜੇ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ, ਇੰਡੀਆ ਦੇ ਵਿੱਚ ਰਹਿ ਕੇ ਕੋਈ ਨਾ ਕੋਈ ਐਸਾ ਕਾਰੋਬਾਰ ਜਾਂ ਐਸਾ ਕੰਮ ਕਰਦੇ ਨੇ ਜਿਸ ਦੇ ਨਾਲ ਉਹ ਇੱਕ ਚੰਗੀ ਇਨਕਮ ਕਮਾ ਸਕਣ ਅਤੇ ਚੰਗਾ ਘਰ ਦਾ ਗੁਜ਼ਾਰਾ ਕਰ ਸਕਣ। ਸੋ ਜ਼ਰੂਰ ਮੈਂ ਤਸਵੀਰ ਆਪਣੇ ਦਰਸ਼ਕਾਂ ਦੇ ਨਾਲ ਉਸ ਜੋੜੇ ਦੀ ਸਾਂਝੀ ਕਰਾਂਗਾ ਕਿ ਜਿਹੜੇ ਹਿੰਮਤ ਨਹੀਂ ਜ਼ਿੰਦਗੀ ਦੇ ਵਿੱਚ ਹਾਰੇ, ਪੜ੍ਹ ਲਿਖ ਕੇ ਅੱਜ ਇੱਕ ਫਾਸਟ ਫੂਡ ਦਾ ਇੱਕ ਚੰਗਾ ਕੰਮ ਕਰਦੇ ਨੇ, ਇੱਕ ਸ਼ਹਿਰ ਦੇ ਵਿੱਚ ਚੰਗਾ ਨਾਮ ਆ। ਪੰਜਾਬ ਸੂਬੇ ਦੇ ਤੇ ਨਹੀਂ, ਪੰਜਾਬ ਤੋਂ ਸੂਬੇ ਤੋਂ ਬਾਹਰ ਆਏ ਨੇ, ਬਾਹਰ ਆ ਕੇ ਇੱਥੇ ਕੰਮ ਕਰਦੇ ਪਏ ਨੇ। ਸੋ ਗੱਲਬਾਤ ਜ਼ਰੂਰ ਕਰ ਲਾਂਗੇ। ਪਹਿਲਾਂ ਉਸ ਵੀਰ ਦੇ ਨਾਲ ਹੀ ਗੱਲਬਾਤ ਕਰ ਲੈਂਦੇ ਆ। ਵੀਰ ਜੀ, ਨਾਮ ਕੀ ਤੁਹਾਡਾ? दीपक सिंह। ਦੀਪਕ, ਕੁਆਲੀਫਿਕੇਸ਼ਨ ਕਿੰਨੀ ਤੁਹਾਡੀ? ਕੁਆਲੀਫਿਕੇਸ਼ਨ ਦੱਸ। मेरी BA LLB। LLB ਕਰਕੇ BA ਕਰਕੇ ਤੇ ਅੱਜ ਤੁਸੀਂ ਫਾਸਟ ਫੂਡ ਦਾ ਕੰਮ ਕਰਦੇ। जी हाँ, मेरी शुरू से सोच थी, मेरा इंटरेस्ट फूड लाइन में था। मेरे फादर साहब चाहते थे कि मैं बड़ा वकील बनूं, लेकिन मेरा इंटरेस्ट फूड पे था। फिर मैंने होटल मैनेजमेंट किया साथ में, और फिर फूड लाइन को मैंने चूज़ किया, और आज मैं फास्ट फूड चला रहा हूँ। ਸੋ ਘਰ ਦੇ ਵਿੱਚ ਹੋਰ ਕੋਈ ਕਰਦਾ ਸਰਕਾਰੀ ਜੌਬ? जी हाँ, मेरे बड़े भाई साहब BSNL में हैं, मेरी सिस्टर PWD में है। उन्होंने कभी मेरे लाइन को उन्होंने कभी डिस्टर्ब नहीं किया। उन्होंने बोला कि तुम्हारी जो इच्छा है वो करो, और मैं आज फास्ट फूड चला रहा हूँ, और मैं काफ़ी खुश हूँ इस बिज़नेस में आके। ਕਦੇ ਲੱਗਦਾ ਨਹੀਂ ਕਿ ਅੱਜ ਮੈਂ ਕਦੇ ਕਿਸੇ ਗ੍ਰਾਹਕ ਦਾ ਝੂਠੇ ਬਰਤਨ ਚੁੱਕਦਾ, ਕਦੇ ਕਿਸੇ ਦੇ ਚੁੱਕਦਾ। ਮੈਂ ਲਾਅ ਕੀਤੀ ਦੀ ਵਕਾਲਤ ਕੀਤੀ ਸੀ, ਮੈਂ ਵਕੀਲ ਇੱਕ ਚੰਗਾ ਬੰਦਾ, ਕਾਲਾ ਕੋਟ ਪਾ ਕੇ ਕੋਰਟ ਚੋਂ ਬਾਹਰ ਆਣਾ ਸੀ, ਕਦੇ ਕੋਰਟ ਦੇ ਅੰਦਰ ਜਾਣਾ ਸੀ, ਇੱਕ ਚੰਗਾ ਸਟੇਟਸ ਹੋਣਾ ਹੈ। हाँ, लोगों का सोच होता है कि एक वाइट कलर जॉब हो। वाइट कलर जॉब के लिए लोग पढ़ लिखते हैं, लेकिन मेरा ऐसा सोच नहीं था। मैंने अपने चाहा कि भाई एक वो मेरे फादर साहब की मैंने इच्छा पूरी की। उन्होंने वो चाहते थे कि मैं एक एडवोकेट बनूं। मैंने उनकी इच्छा पूरी की, लेकिन मेरा जो इच्छा थी, मेरी डीप इंटरेस्ट जो था मेरे फूड लाइन से था। फिर मैंने बाद में होटल मैनेजमेंट किया, और फिर मैं इस लाइन में आ गया, उतर गया। और इससे पहले मैं काफ़ी लंबे समय से एक बड़ी बड़ी कंपनियों को सर्व करता रहा हूँ। फिर मैंने अभी आकर के फास्ट फूड रेस्टोरेंट ओपन किया। ਬਿਲਕੁਲ, ਕਦੇ ਸਰਕਾਰੀ ਜੌਬ ਦੀ ਜਾਂ ਕਦੇ ਜਿਹੜੀ ਲਾਅ ਦੀ ਪੜ੍ਹਾਈ ਕੀਤੀ ਹੈ, ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਉੱਧਰਲੇ ਪਾਸੇ ਜਾਵਾਂ, ਇਹਨੂੰ ਛੱਡਦਾ ਹੂੰ। नहीं, मेरी एक गवर्नमेंट जॉब लगी थी, मैंने 2.5 साल टीचिंग किया है। 2.5 साल कौन से डिपार्टमेंट में? मैं टीचर था, मैंने टीचिंग की 2.5 साल। लेकिन मुझे कहीं ना कहीं खटक रहा था कि मेरी इंटरेस्ट जो है वो दूसरी तरफ में है, फूड लाइन तरफ में है। फिर मैं फूड लाइन की तरफ, मेरा रुझान था, तो इस तरफ में आ गया।
ਕਿੰਨੀ ਕੁ ਕਮਾਈ ਇਹ ਤੋਂ ਕਰ ਲੈਂਦੇ ਹੋ? ਗੁਜ਼ਾਰਾ ਚੰਗਾ ਹੋ ਜਾਂਦਾ ਘਰ ਦਾ? बिल्कुल गुजारा हो जाता है। साथ ही क्योंकि मैं लोगों को हेल्दी फूड प्रोवाइड कर रहा हूँ तो लोग भी काफ़ी खुश होकर मेरे पास आते हैं और मैं 15 से 20 हज़ार रुपये पर डे मेरी सेल है, इस हिसाब से मेरे गुजारा अच्छा हो जाता है। ਸੋ ਲੋਕ ਤੇ ਬੜੀ ਦੂਰੋਂ ਦੂਰੋਂ ਆਉਂਦੇ, ਉਹਨਾਂ ਨੇ ਦੱਸਿਆ ਸੀ ਸਾਨੂੰ ਕਿ ਭਾਈ ਸਾਹਿਬ ਕੋ ਜ਼ਰੂਰ ਜਾਏ, ਇੱਕ ਵਾਰੀ ਪੜ੍ਹੇ ਬਹੁਤ ਆ। जी हाँ, लोगों को तो फ़र्क इससे नहीं पड़ता कि मैं कितना पढ़ा लिखा हूँ, फ़र्क इससे पड़ता है कि मेरी पढ़ाई लिखाई के बाद जैसे कि मेरे बिहेव में फ़र्क पड़ा है, लोगों के साथ मेरी बातचीत में फ़र्क पड़ी है, मेरा उनके साथ जो बिहेव है वो उससे खुश होते हैं, प्लस जो मेरा प्रेजेंटेशन है फूड का उससे काफ़ी खुश होते हैं और मेरा टेस्ट उनको उनके जायका एक बना हुआ है लोगों के साथ में। ਵਾਈਫ ਨੂੰ ਕਿੱਦਾਂ ਇੱਧਰਲੇ ਪਾਸੇ ਲੈ ਕੇ ਆਉਂਦੇ ਹੋ ਨਾਲ? वाइफ को भी एक इंटरेस्ट ये था कि भाई मैं अपने पति का सहयोग करूं और साथ ही साथ उनके हाथ बटाऊं। वो भी काफ़ी पढ़ लिखने के बाद भी कभी उसने ये जॉब की तरफ जाने का नहीं सोचा और मेरी साथ मेरी लाइफ पार्टनर के साथ साथ मेरी बिजनेस पार्टनर बनी। ਸੋ ਬਿਲਕੁਲ ਗ੍ਰਾਹਕਾਂ ਦਾ ਕਿੰਨਾ ਕੁ ਹੁੰਗਾਰਾ ਵਾ, ਕਿੰਨਾ ਕੁ ਉਹਨਾਂ ਵੱਲੋਂ ਇੱਥੇ ਆਇਆ ਜਾਂਦਾ, ਸਵਾਦ ਲਾਏ ਜਾਂਦੇ ਆ ਕੇ ਤੁਹਾਡੇ ਫਾਸਟ ਫੂਡ ਦੇ? जी, काफ़ी लोग आते हैं और मैं लोगों को कभी कभी हमारे पास बहुत सारे फूड ख़त्म हो जाते हैं तो वो आके थोड़ा सा मुंह बना के चले जाते हैं कि भाई यार तुमने ख़त्म कर दिया। तो अब हम क्या कर सकते हैं, क्योंकि हमारी जो क्वालिटी है फूड है वो लोगों को काफ़ी पसंद है और लोग काफ़ी जोमेटो स्विगी से भी काफ़ी हमारे पास ऑर्डर्स आते हैं, जिस चलते हम लोग लोगों को अच्छा खाना दे पा रहे हैं। ਸੋ ਬਿਲਕੁਲ ਐ ਸੀ ਦੀਪਕ ਜਿਨੇ ਵਕਾਲਤ ਕੀਤੀ ਹੋਈ ਹੈ, ਪਰ ਉਸ ਆਪਣੀ ਇੱਕ ਸਰਕਾਰੀ ਜੌਬ ਨੂੰ ਵੀ ਲੱਤ ਮਾਰ ਕੇ 2.5 ਸਾਲ ਨੌਕਰੀ ਜ਼ਰੂਰ ਕੀਤੀ ਹੈ, ਪਰ ਉਸ ਨੌਕਰੀ ਨੂੰ ਛੱਡ ਕੇ ਫਿਰ ਤੋਂ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਵਾ ਫਾਸਟ ਫੂਡ ਦਾ। ਸੋ ਘਰ ਵਾਲੀ ਇਹਦੀ ਵਾਈਫ ਆ, ਉਸ ਦੇ ਨਾਲ ਵੀ ਗੱਲ ਕਰਾਂਗੇ, ਭੈਣ ਆਪਣੀ ਨਾਲ। ਭੈਣ ਨਾਮ ਕੀ ਤੇਰਾ? ਨਾਮ ਦੱਸ। शाइस्ता सिंह। ਅੱਛਾ ਭੈਣ ਨਾਮ ਕੀ? ਫਿਰ ਦੱਸ ਦੇ, ਮੈਨੂੰ ਤਾਂ ਯਾਦ ਵੀ ਭੁੱਲ ਗਿਆ। शाइस्ता सिंह। ਅੱਛਾ ਭੈਣ ਕਿੱਦਾਂ ਇੱਧਰ ਆਉਂਦੇ ਹੋ? ਘਰ ਵਾਲੇ ਕਰਕੇ ਆਏ ਹੋ ਕਿ ਜਾਂ ਵੈਸੇ ਤੁਹਾਡਾ ਵੀ ਰੁਝਾਨ ਸੀ? नहीं, हस्बैंड के साथ ही आए हैं क्योंकि यहाँ पे कोई स्टाफ नहीं था, कमी थी, काम भी अच्छा था इनका, चल ही रहा था, लेकिन रश होने के बाद में थोड़ा दिक्कत होता था रश आवर में। ਪਰਿਵਾਰ ਦੇ ਵਿੱਚ ਹੋਰ ਕੌਣ ਆ ਤੁਹਾਡੇ ਦੋਨਾਂ ਤੋਂ ਇਲਾਵਾ? ਬੱਚੇ ਹੈਗੇ? जी जी है, एक 2.5 साल का बेटा है मेरा। ਫਿਰ ਉਹਦੀ ਸੰਭਾਲ ਕਿਸ ਤਰ੍ਹਾਂ ਕਰਦੇ ਹੋ ਤੁਸੀਂ? रश आवर में तो यहाँ होना पड़ता है और उसके बाद फिर हम घर पे चले जाते हैं। ਸ਼ਾਮ ਨੂੰ ਵੇਖੋ ਕਿੰਨੀ ਦਿੱਕਤ ਹੁੰਦੀ ਹੈ ਜਦੋਂ ਸਵੇਰੇ ਘਰ ਤੋਂ ਨਿਕਲਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿਣਾ, ਬਾਅਦ 'ਚੋਂ ਬੱਚੇ ਨੂੰ ਵੀ ਜਾ ਕੇ ਸੰਭਾਲਣਾ। थोड़ा सा मेहनत करना पड़ता है, अभी वो छोटा है इसके वजह से, बड़े होने के बाद तो फिर ठीक ही हो जाएगा। रश आवर में भी तो हम लोग को देखना पड़ता है ना, अकेले छोड़ देने से तो वर्क होगा नहीं, यहाँ पे थोड़ा दिक्कत हो जाएगा। ਸੌਰੀ ਨਾਲੇ ਭੈਣ, ਮੈਂ ਤੇ ਤੈਨੂੰ ਤੇਰੀ ਕੁਆਲੀਫਿਕੇਸ਼ਨ ਨਹੀਂ ਪੁੱਛੀ, ਦੱਸਦੀ ਹੈ ਸਾਰਿਆਂ ਨੂੰ ਕੀ ਕੁਆਲੀਫਿਕੇਸ਼ਨ ਭੈਣ ਦੀ। मैंने BBA किया है प्लस केमिकल डिप्लोमा मेरा। ਕੈਮੀਕਲ ਕਰਕੇ ਤੇ ਫਿਰ ਅੱਜ ਬਰਤਨ ਸਾਫ਼ ਕਰਦੇ। अब साथ में अगर काम कर ही रहे तो कुछ ना कुछ तो करना ही पड़ेगा ना। ਮਨ ਨੂੰ ਕਦੀ ਹੋਇਆ ਨਹੀਂ ਕਿ ਮੈਂ ਇੰਨਾ ਪੜ੍ਹ ਕੇ, ਮੇਰਾ ਹਸਬੈਂਡ ਇੰਨਾ ਪੜ੍ਹਿਆ ਵਾ ਤੇ ਅਸੀਂ ਇੱਕ ਚੰਗੀ ਨੌਕਰੀ ਵੀ ਉਹ ਛੱਡ ਕੇ ਆ ਗਏ ਨੇ, ਤੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਵੀ ਕੋਈ ਜੌਬ ਕਰੀਏ ਜਾਂ ਕੋਈ ਨੌਕਰੀ ਕਰੀਏ? कभी हुआ था, ऐसा लगा था, प्लेसमेंट जब हो रही थी तो लगा था चलो कर लेते हैं, बट उतना खास नहीं लगा फिर। किस कंपनी में प्लेसमेंट हो रही? वहाँ पे प्लेसमेंट हमारी चल रही थी हिंदुस्तान यूनिलीवर की और शायद PNG की चल रही थी, तो उस वक्त हो रही थी तो पैकेज थोड़ा कम ही था। ਇਸ ਦੇ ਨਾਲੋਂ ਘੱਟ? ਇਸ ਦੇ ਨਾਲੋਂ ਘੱਟ ਸੀ ਜਿਹੜਾ ਇੱਥੇ ਕਮਾਉਂਦੇ? जितना पढ़ाई में लगा है वो तो कभी ज़िंदगी में नहीं निकल सकता। ਘਰ ਵਾਲੇ ਨੇ ਕਿੰਨਾ ਪੜਾਇਆ, ਕਿੰਨੀ ਕੋਸ਼ਿਸ਼ ਕੀਤੀ ਕਿ ਬੱਚੇ ਇੱਕ ਚੰਗਾ ਸਟੇਟਸ ਦਾ ਚੰਗਾ ਇੱਕ ਮੁਕਾਮ ਹਾਸਲ ਕਰਨਗੇ, ਇੱਕ ਚੰਗੀ ਨੌਕਰੀ ਕਰਨਗੇ, ਪਰ ਅੱਜ ਬੱਚੇ ਉੱਥੇ ਆ। आजकल जो एम्प्लॉयड है उनकी सैलरी, जो पहले से एम्प्लॉयड है कंपनीज़ में, उनकी सैलरी बढ़ती जा रही है। जो फ्रेशर आ रहे हैं उनको वो लोग उनसे भी आधी देते हैं, तो कैसे कर सकते हैं, मैनेज नहीं होता। ਖੁਸ਼ ਹੋ ਇਸ ਕੰਮ ਤੋਂ? जी बिल्कुल खुश हैं। ਸੋ ਕੀ एक तरह से प्रोफेशन बन चुका है। ਸੋ ਬਿਲਕੁਲ ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਅੱਜ ਪੜ੍ਹ ਕੇ ਵੀ ਘਰ ਬੈਠੇ ਨੇ, ਬੇਕਾਰ ਦਾ ਸਮਾਂ ਆਪਣਾ ਪਾਸ ਕਰਦੇ ਪਏ ਨੇ ਜਾਂ ਤੇ ਫਿਰ ਬਾਹਰ ਦਾ ਰੁਖ ਕਰ ਲੈਂਦੇ ਨੇ? उन्हें तो यही मैसेज देना चाहूँगी कि भाई अगर पढ़ लिख करके बैठे, टाइम वेस्ट ना करे, जो मन में आए, जिस चीज़ में इंटरेस्ट है वो करे, आगे आकर वो करे, शर्म थोड़ी ना करना है। ਸੋ ਬਿਲਕੁਲ ਭੈਣ ਸੀ ਸਾਡੇ ਨਾਲ, ਜਿਹਨੇ ਕਿਹਾ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਕਿਸੇ ਵੀ ਕੰਮ 'ਚ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਬੰਦੇ ਦਾ ਹੌਸਲਾ ਹੋਣਾ ਚਾਹੀਦਾ, ਮਿਹਨਤ ਕਰਨ ਲਈ
ਜਜ਼ਬਾ ਹੋਣਾ ਚਾਹੀਦਾ ਵਾ। ਸੋ ਜਿਹੜੇ ਇਸ ਜਜ਼ਬੇ ਦੇ ਨਾਲ ਦੋਨੇ ਯਾਨੀ ਕਿ ਜੋੜਾ ਇੱਕ ਦੀਪਕ ਤੇ ਨਾਲ ਉਸਦੀ ਘਰਵਾਲੀ ਜਿਹੜੇ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਆਪਣਾ ਕੰਮ ਕਰਦੇ ਪਏ ਨੇ ਫਾਸਟ ਫੂਡ ਦਾ, ਚੰਗੇ ਪੜ੍ਹੇ ਲਿਖੇ ਨੇ ਪਰ ਫਿਰ ਵੀ ਫਾਸਟ ਫੂਡ ਦਾ ਕੰਮ ਕਰਦੇ ਨੇ ਕਿ ਅਸੀਂ ਇਸੇ ਕੰਮ ਦੇ ਵਿੱਚ ਕਾਮਯਾਬੀ ਲੈਣੀ ਹੈ। ਸੋ ਕਾਮਯਾਬੀ ਲੈ ਵੀ ਰਹੇ ਨੇ, ਲੋਕਾਂ ਦਾ ਵੀ ਪਿਆਰ ਇਹਨਾਂ ਨੂੰ ਮਿਲ ਰਿਹਾ, ਗਾਹਕ ਜਿਹੜੇ ਆਉਂਦੇ ਨੇ ਇਹਨਾਂ ਦਾ ਜ਼ਰੂਰ ਕਦੇ ਨਾ ਕਦੇ ਉਹ ਦੱਸਿਆ ਦੀਪਕ ਨੇ ਕਿ ਬਹਿਸ ਕਰਕੇ ਵੀ ਜਾਂਦੇ ਨੇ ਕਿ ਅੱਜ ਤੁਹਾਡਾ ਜਲਦੀ ਮਟੀਰੀਅਲ ਖਤਮ ਹੋ ਗਿਆ, ਜਲਦੀ ਸਮਾਨ ਖਤਮ ਹੋ ਗਿਆ। ਸੋ ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।